ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵਿਕਾਸ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵਿਕਾਸ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਤਲੰਗ ਮਹਿਲਾ ਪਹਿਲਾ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ। ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੇਵਾਨਾ ਭਇਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗਾਂ ਨੀਤਾ ਨੀਤ ਤਉ ਦਰਸ਼ਨ ਕੀ ਕਰਉ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਰਹਾਉ ਕੇਸਰ ਕੁਸਮ ਮਿਰਗ ਮੈਂ ਹਰਣਾ ਸਰਬ ਸਰੀਰੀ ਚਰਣਾ ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ ਕੇ ਪਟ ਭਾਂਡਾ ਕਹਿ ਨ ਕੋਏ ਐਸਾ ਭਗਤ ਵਰਨ ਮੈਂ ਹੋਏ ਤੇਰਾ ਨਾਮ ਨਿਵੇਂ ਰਹੇ ਲਿਵ ਲਾਏ ਨਾਨਕ ਤਿਨ ਦਰ ਭੀਖਿਆ ਪਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੀ ਹੋਈ ਭਾਗੀ ਸਾਧ ਸੰਗਤ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦੇ ਨਾਲ ਇਹ ਸੁਭਾਗ ਘੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਤਲੰਗ ਰਾਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪਾਵਨ ਸ਼ਬਦ ਜਿਸ ਨੂੰ ਦੂਜੇ ਘਰ ਵਿੱਚ ਗਾਇਨ ਕਰਨ ਦੀ ਹਦਾਇਤ ਹੈ ਅਸੀਂ ਸਰਵਣ ਕੀਤਾ ਹੈ। ਇਹ ਤਲੰਗ ਰਾਗ ਦਾ ਦੂਸਰਾ ਸ਼ਬਦ ਹੈ ਗੁਰੂ ਨਾਨਕ ਪਾਤਸ਼ਾਹ ਦਾ। ਅੱਜ ਜੋ ਹੁਕਮਨਾਮਾ ਇਸ ਸਥਾਨ ਤੋਂ ਆਇਆ ਹੈ ਉਹ ਸ਼ਬਦ ਦੀ ਵਿਆਖਿਆ ਅਸੀਂ ਕੁਝ ਦਿਨ ਪਹਿਲਾਂ ਸਰਵਣ ਕਰ ਚੁੱਕੇ ਹਾਂ। ਉੱਥੇ ਮਹਾਰਾਜ ਨੇ ਇਹੀ ਉਪਦੇਸ਼ ਦਿੱਤਾ ਹੈ ਕਿ ਇਹ ਇਨਸਾਨ ਉਮਰ ਬੀਤਦੀ ਜਾ ਰਹੀ ਹੈ ਔਰ ਤੂੰ ਸੁਚੇਤ ਨਹੀਂ ਹੋ ਰਿਹਾ, ਖਾਣ ਪੀਣ ਦੇ ਆਹਾਰ ਦੇ ਵਿੱਚ ਲੱਗਾ ਹੋਇਆ ਹੈ, ਪਸ਼ੂਆਂ ਵਾਂਗ ਪੇਟ ਭਰ ਕੇ ਸੁੱਤਾ ਰਹਿਣਾ ਹੈ। ਜਾਗ ਸਾਵਧਾਨ ਹੋ, ਇਸ ਜੀਵਨ ਦਾ ਲਾਹਾ ਖੱਟ ਲੈ।
ਜਿਹੜਾ ਮਾਲੀ ਫਲਾਂ ਵਾਲਾ ਬਾਗ ਲਾ ਕੇ ਜਾਂਦਾ ਹੈ, ਆਪਣੇ ਜੀਵਨ ਕਾਲ ਵਿੱਚ ਉਸਦਾ ਫਲ ਆਪ ਵੀ ਖਾਂਦਾ ਹੈ। ਜਦੋਂ ਸੰਸਾਰ ਤੋਂ ਚਲੇ ਜਾਂਦਾ ਹੈ ਤਾਂ ਬਾਗ ਰਹਿੰਦਾ ਹੈ, ਉਸਦਾ ਫਲ ਮਗਰੋਂ ਵੀ ਖਾਂਦੇ ਹਨ। ਮਾਲੀ ਨੂੰ ਲੋਕ ਯਾਦ ਕਰਦੇ ਹਨ ਕਿ ਐਸਾ ਮਾਲੀ ਹੁੰਦਾ ਸੀ ਜਿਸ ਨੇ ਬਾਗ ਲਾਇਆ, ਜਿਸ ਦੇ ਮਿੱਠੇ ਫਲ ਅਸੀਂ ਸਾਰੇ ਹੀ ਖਾ ਰਹੇ ਹਾਂ। ਬਿਲਕੁਲ ਇਸੇ ਹੀ ਤਰ੍ਹਾਂ ਸਾਡਾ ਜੀਵਨ ਹੈ। ਹਰ ਗੁਰਸਿੱਖ ਦੇ ਵਾਸਤੇ ਹਦਾਇਤ ਹੈ ਗੁਰੂ ਮਹਾਰਾਜ ਦੀ ਕਿ ਆਪਣੇ ਜੀਵਨ ਦੇ ਵਿੱਚ ਜੇ ਵੱਡਾ ਬਾਗ ਨਹੀਂ ਲਾ ਸਕਦਾ ਤਾਂ ਇੱਕ ਹੀ ਅਜਿਹਾ ਬੂਟਾ ਲਾ ਜਿਸ ਨੂੰ ਫਲ ਲੱਗੇ, ਜਿਸ ਦਾ ਫਲ ਤੂੰ ਆਪ ਵੀ ਖਾਵੇਂ, ਤੇਰਾ ਪਰਿਵਾਰ ਵੀ ਖਾਵੇ। ਔਰ ਜਦੋਂ ਤੂੰ ਇੱਥੋਂ ਜਾਵੇਂ, ਬਾਅਦ ਵਿੱਚ ਵੀ ਤੇਰਾ ਪਰਿਵਾਰ ਤੈਨੂੰ ਯਾਦ ਕਰਦਾ ਰਹੇ ਕਿ ਸਾਡੇ ਪਿਓ ਨੇ ਅਜਿਹਾ ਬੂਟਾ ਲਾਇਆ ਹੈ ਜਿਸ ਦਾ ਫਲ ਅਸੀਂ ਖਾ ਰਹੇ ਹਾਂ। ਉਹਨਾਂ ਨੂੰ ਪ੍ਰੇਰਨਾ ਹੋਵੇ ਕਿ ਅਸੀਂ ਵੀ ਜੀਵਨ ਵਿੱਚ ਕੋਈ ਅਜਿਹਾ ਬੂਟਾ ਲਾ ਲਈਏ। ਜਿਵੇਂ ਮਾਲੀ ਫਲ ਵਾਲਾ ਬੂਟਾ ਲਾ ਕੇ ਖੁਸ਼ੀ ਲੈਂਦਾ ਹੈ, ਇਸ ਤਰ੍ਹਾਂ ਹੀ ਗੁਰਸਿੱਖ ਜੋ ਹੈ, ਜੋ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਹੈ, ਇਸ ਕਮਾਈ ਦੇ ਨਾਲ ਆਪਣੇ ਜੀਵਨ ਕਾਲ ਦੇ ਵਿੱਚ ਜੇ ਤਾਂ ਆਪਣੇ ਪਰਿਵਾਰ ਨੂੰ ਗੁਰੂ ਦੇ ਲੜ ਲਾ ਲਵੇ, ਪਰਿਵਾਰ ਨੂੰ ਗੁਰਸਿੱਖ ਬਣਾ ਦੇਵੇ, ਤਾਂ ਸਮਝ ਲਓ ਉਸਨੇ ਇੱਕ ਛੋਟਾ ਬਾਗ ਲਾ ਲਿਆ। ਉਹ ਉਸਦੀ ਯਾਦ ਬਣ ਗਈ ਹੈ। ਔਰ ਜਦੋਂ ਮਗਰੋਂ ਬੱਚੇ ਜਿਹੜੇ ਖਾਣਗੇ ਜ਼ਰੂਰ ਉਸ ਨੂੰ ਯਾਦ ਕਰਨਗੇ। ਉਹਨਾਂ ਨੂੰ ਵੀ ਪ੍ਰੇਰਨਾ ਹੋਏਗੀ ਕਿ ਅਸੀਂ ਵੀ ਕੁਛ ਕਰ ਲਈਏ। ਜੇ ਕੋਈ ਇੰਨੀ ਸਮਰੱਥਾ ਦਾ ਮਾਲਕ ਹੋਵੇ ਕਿ ਬਾਹਰ ਵਿਚਰ ਕੇ ਵੀ ਸੰਸਾਰ ਦੇ ਵਿੱਚ ਵੀ ਕੁਛ ਦੂਸਰਿਆਂ ਨੂੰ ਉਪਦੇਸ਼ ਦੇ ਸਕੇ, ਕਿਸੇ ਹੋਰ ਦਾ ਵੀ ਸੁਧਾਰ ਕਰ ਦੇਵੇ, ਤਾਂ ਜਿੰਨੇ ਕੁ ਲੋਕਾਂ ਨੂੰ ਗੁਰੂ ਦੇ ਨੇੜੇ ਲੈ ਆਵੇਗਾ, ਗੁਰੂ ਦੇ ਨਾਲ ਜੋੜ ਦੇਵੇਗਾ, ਇਹ ਸਮਝ ਲਓ ਉਸਨੇ ਫਲ ਵਾਲੇ ਬੂਟੇ ਲਾ ਲਏ। ਇਹ ਸਿੱਖੀ ਹੈ, ਇਹ ਕੁਝ ਕਰਨਾ ਹੈ। ਹੁਣੇ ਭਾਈ ਗੁਰਦਾਸ ਜੀ ਦੀ ਸ਼ਬਦ ਨੂੰ ਅਸੀਂ ਸੁਣ ਰਹੇ ਸੀ ਕਿ ਗੁਰਮਤਿ ਦੇ ਵਿੱਚ ਕਰਨੀ ਪ੍ਰਧਾਨ ਹੈ। ਕੇਵਲ ਗੱਲਾਂ ਨਹੀਂ, ਗੱਲਾਂ ਕਰਨ ਦੇ ਨਾਲ ਆਪਣੇ ਆਪ ਨੂੰ ਤਾਂ ਤਸੱਲੀ ਹੁੰਦੀ ਹੈ, ਆਪਣੀ ਹਉਮੈ ਤਾਂ ਵੱਧਦੀ ਹੈ, ਪਰ ਦੂਸਰਿਆਂ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ। ਗੁਰਸਿੱਖ ਦੇ ਕੋਲੋਂ ਗੁਰਮਤਿ ਦੀ ਖੁਸ਼ਬੂ ਆਉਣੀ ਚਾਹੀਦੀ ਹੈ। ਅਜਿਹੀ ਕਮਾਈ ਕਰੇ ਕਿ ਜਿੱਥੇ ਵੀ ਬੈਠਾ ਹੋਵੇ, ਜਿੱਥੇ ਵੀ ਵਿਚਰੇ, ਉਸ ਦੇ ਕੋਲੋਂ ਗੁਰਮਤਿ ਦੀ ਖੁਸ਼ਬੂ ਆਵੇ। ਉਸ ਦੀ ਵੇਖਣੀ ਦੇ ਵਿੱਚ ਵੀ ਗੁਰਮਤਿ ਹੋਵੇ, ਉਸ ਦੀ ਰਸਨਾ ਦੇ ਉੱਤੇ ਵੀ ਗੁਰਮਤਿ ਹੋਵੇ, ਉਸ ਦੇ ਕੰਨਾਂ ਦੇ ਵਿੱਚ ਵੀ ਗੁਰੂ ਦੀ ਮੱਤ ਹੀ ਹੋਵੇ, ਉਸ ਦੇ ਹਿਰਦੇ ਵਿੱਚ ਵੀ ਗੁਰੂ ਦੀ ਮੱਤ ਹੋਵੇ, ਉਸ ਦੇ ਹੱਥ ਪੈਰ ਵੀ ਗੁਰੂ ਦੀ ਮੱਤ ਦੇ ਅਨੁਸਾਰ ਹੀ ਕੰਮ ਕਰਨ। ਅਜਿਹਾ ਇਨਸਾਨ ਜੋ ਹੈ, ਗੁਰਸਿੱਖ ਜੋ ਹੈ, ਉਹਨੂੰ ਮਹਾਰਾਜ ਨੇ ਕਿਹਾ ਗੁਰਮੁਖ ਜਨਮ ਸਵਾਦ ਧਰਗੈ ਚਲਿਆ। ਉਹ ਇੱਥੇ ਜੀਵਨ ਦੀ ਬਾਜੀ ਜਿੱਤ ਕੇ ਸੰਸਾਰ ਤੋਂ ਜਾਂਦਾ ਹੈ। ਉਸ ਦੀ ਇੱਥੇ ਵੀ ਜੈ ਜੈਕਾਰ ਹੁੰਦੀ ਹੈ, ਅਗਾਂਹ ਉਸ ਦੀ ਮੌਤ ਤੋਂ ਬਾਅਦ ਮਗਰੋਂ ਵੀ ਜੈ ਜੈਕਾਰ ਹੁੰਦੀ ਰਹਿੰਦੀ ਹੈ। ਉਸ ਨੂੰ ਯਾਦ ਕਰਦੇ ਰਹਿੰਦੇ ਹਨ। ਇਸ ਗੱਲ ਦੀ ਸਾਡੇ ਸਾਹਮਣੇ ਪ੍ਰਤੱਖ ਉਦਾਹਰਣ ਹੈ ਇਹਨਾਂ ਮਹਾਂਪੁਰਸ਼ਾਂ ਨੇ, ਜਿਨ੍ਹਾਂ ਦੇ ਦਰ ਦੇ ਉੱਤੇ ਆਪਾਂ ਬੈਠੇ ਹੋਏ ਹਾਂ, ਗੁਰੂ ਜਸ ਕਰ ਰਹੇ ਹਾਂ, ਸੁਣ ਰਹੇ ਹਾਂ, ਸੰਗਤਾਂ ਜੁੜਦੀਆਂ ਹਨ। ਇਹ ਉਹਨਾਂ ਦੀਆਂ ਕਮਾਈਆਂ ਦਾ ਫਲ ਹੈ। ਅਜਿਹਾ ਬਾਗ ਲਾ ਗਏ ਹਨ। ਇਸ ਬਾਗ ਦਾ ਆਨੰਦ ਅਸੀਂ ਮਾਣ ਰਹੇ ਹਾਂ, ਔਰ ਸਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਮਾਣਿਆ ਹੈ। ਤੇ ਇਸੇ ਤਰ੍ਹਾਂ ਹੀ ਇਸ ਬਾਗ ਦਾ ਆਨੰਦ, ਫਲਾਂ ਦਾ ਆਨੰਦ ਇੱਥੇ ਮਾਣਦੇ ਰਹਿਣਗੇ।
ਇਹ ਹੈ ਵੱਡੀ ਕਮਾਈ ਦਾ ਫਲ। ਸੋ ਅੱਜ ਜੋ ਸ਼ਬਦ ਸਰਵਣ ਕੀਤਾ ਹੈ, ਜਨਮ ਸਾਖੀਆਂ ਵਿੱਚ ਇਸ ਦੀ ਉਥਾਨਕਾ ਦਿੱਤੀ ਹੈ ਕਿ ਗੁਰੂ ਮਹਾਰਾਜ 1525 ਦੇ ਵਿੱਚ ਸੈਦਪੁਰ ਪਿੰਡ ਹੈ, ਜਿਸ ਨੂੰ ਐਮਨਾਬਾਦ ਵੀ ਕਿਹਾ ਹੈ ਇਤਿਹਾਸ ਦੇ ਵਿੱਚ। ਇਸ ਸਥਾਨ ਦੇ ਉੱਤੇ ਸਨ ਜਦੋਂ ਬਾਬਰ ਨੇ ਇੱਥੇ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਹੈ। ਲਾਹੌਰ ਦੇ ਵਿੱਚ ਪੂਰੀ ਤਬਾਹੀ ਕੀਤੀ, ਉਸ ਨੂੰ ਲੁੱਟਿਆ, ਘਰਾਂ ਨੂੰ ਅੱਗਾਂ ਲਾ ਦਿੱਤੀਆਂ ਔਰ ਬਹੁਤ ਕਤਲਾਮ ਕੀਤੀ। ਜਿਹਨੇ ਥੋੜ੍ਹਾ ਜਿਹਾ ਵਿਰੋਧ ਕੀਤਾ ਉਸ ਨੂੰ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੋਰ ਵੱਡੇ ਸ਼ਹਿਰਾਂ ਨੂੰ ਪਕੜ ਕੇ, ਕਿਉਂਕਿ ਇੱਧਰਲੀ ਸਾਈਡ ਤੋਂ ਹੀ ਆਇਆ ਸੀ, ਇਸ ਸ਼ਹਿਰ ਦੇ ਵਿੱਚ ਪਹੁੰਚਿਆ। ਸੈਦਪੁਰ ਨਾਮ ਦੇ ਇੱਕ ਕਸਬਾ ਸੀ, ਇਸ ਥਾਂ ਤੇ ਪਹੁੰਚਿਆ ਤਾਂ ਇੱਥੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਦਿਨਾਂ ਦੇ ਵਿੱਚ ਰਹੇ ਸਨ। ਉਸਨੇ ਆ ਕੇ ਜੋ ਉਸ ਦੀ ਮਰਜ਼ੀ ਸੀ, ਸਾਰੇ ਹਿੰਦੁਸਤਾਨ ਨੂੰ ਉਸਨੇ ਆਪਣੇ ਕਬਜ਼ੇ ਵਿੱਚ ਕਰਨਾ ਸੀ। ਜਿਹੜਾ ਵੀ ਅੜਿਆ ਉਸ ਨੂੰ ਉਸਨੇ ਖਤਮ ਕਰ ਦਿੱਤਾ। ਇਸਤਰੀਆਂ ਨੂੰ, ਬਜ਼ੁਰਗਾਂ ਨੂੰ ਅਤੇ ਪਰਮਾਤਮਾ ਦੇ ਭਗਤਾਂ ਨੂੰ ਉਸਨੇ ਕੈਦ ਕਰ ਲਿਆ। ਉਸਦੇ ਸਿਪਾਹੀਆਂ ਦਾ ਹੁਕਮ ਸੀ ਕਿ ਇਹਨਾਂ ਸਾਰਿਆਂ ਨੂੰ ਕੈਦ ਕਰ ਲਓ। ਕੈਦ ਕਰਕੇ ਉਹਨਾਂ ਨੂੰ ਚੱਕੀਆਂ ਪੀਸਣ ਵਾਸਤੇ ਲਾ ਦਿੱਤਾ। ਜਨਮ ਸਾਖੀ ਵਿੱਚ ਆਇਆ ਹੈ ਕਿ ਸਾਰੇ ਹੀ ਉਹਨਾਂ ਨੂੰ ਜਦੋਂ ਦਾਣੇ ਦਿੱਤੇ ਗਏ, ਜਿੰਨੇ ਜਿੰਨੇ ਦਾਣੇ ਦਿੱਤੇ ਗਏ ਉਹ ਪੀਣੇ ਪੈਂਦੇ ਸਨ, ਫਿਰ ਰੋਟੀ ਮਿਲਦੀ ਸੀ। ਸਿਪਾਹੀ ਆ ਕੇ ਵੇਖਦੇ ਸਨ ਕਿ ਇਹ ਠੀਕ ਕੰਮ ਕਰ ਰਹੇ ਹਨ, ਮਿਹਨਤ ਕਰ ਰਹੇ ਹਨ। ਜਿਹੜਾ ਨਹੀਂ ਸੀ ਕਰਦਾ ਉਸਦੀ ਮਾਰ ਕੁੱਟ ਕਰਦੇ ਸਨ। ਜਦੋਂ ਗੁਰੂ ਨਾਨਕ ਪਾਤਸ਼ਾਹ ਵੱਲ ਦੇਖਿਆ, ਗੁਰੂ ਨਾਨਕ ਪਾਤਸ਼ਾਹ ਆਰਾਮ ਦੇ ਨਾਲ ਬੈਠੇ, ਪਰਮੇਸ਼ਰ ਦੇ ਵਿੱਚ ਜੋੜ ਕੇ ਬੈਠੇ ਹੋਏ ਸਨ। ਉਹਨਾਂ ਦੀ ਚੱਕੀ ਜੋ ਸੀ ਆਪਣੇ ਆਪ ਚੱਲ ਰਹੀ ਸੀ। ਇਹ ਕੌਤਕ ਹੈ। ਕਿਤੇ ਕਿਤੇ ਇਤਿਹਾਸ ਵਿੱਚ ਕੌਤਕ ਵਰਤੇ ਹਨ। ਇਹ ਕਿੱਥੇ ਵਰਤੇ ਹਨ ਜ਼ਿਆਦਾ? ਜੋ ਵੀ ਲੋਕ ਰਿੱਧੀਆਂ ਸਿੱਧੀਆਂ ਦੇ ਜ਼ਿਆਦਾ ਯਕੀਨ ਕਰਦੇ ਸਨ ਉੱਥੇ ਵਰਤੇ ਹਨ। ਜਾਂ ਮੁਸਲਮਾਨ ਲੋਕ ਜਿਹੜੇ ਸਨ ਇਹ ਵੀ ਕਰਾਮਾਤੀ ਸ਼ਕਤੀਆਂ ਵਿੱਚ ਯਕੀਨ ਕਰਦੇ ਸਨ। ਜਿੰਨਾ ਚਿਰ ਇਹਨਾਂ ਦੇ ਸਾਹਮਣੇ ਕੋਈ ਕਰਾਮਾਤ ਨਾ ਹੋਵੇ ਉਹਨਾਂ ਚਿਰ ਕਿਸੇ ਨੂੰ ਮੰਨਦੇ ਹੀ ਨਹੀਂ ਸਨ, ਨਿਉਂਦੇ ਨਹੀਂ ਸਨ। ਸੋ ਹੈਰਾਨ ਹੋ ਗਏ, ਭੱਜੇ ਗਏ ਸਿਪਾਹੀ, ਜਾ ਕੇ ਬਾਬਰ ਨੂੰ ਦੱਸਿਆ। ਬਾਬਰ ਆਪ ਵੇਖਣ ਆਇਆ। ਜਦੋਂ ਇਹ ਸਾਰਾ ਕੌਤਕ ਵੇਖਿਆ, ਗੁਰੂ ਨਾਨਕ ਪਾਤਸ਼ਾਹ ਦਾ ਤੇਜ ਪ੍ਰਤਾਪ ਹੀ ਇੰਨਾ ਸੀ। ਬਾਬਰ ਦਾ ਸਿਰ ਝੁਕਿਆ, ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਂਪੁਰਖੋ, ਰੱਬ ਦੇ ਫਕੀਰੋ, ਮੇਰੇ ਸਿਪਾਹੀਆਂ ਦੇ ਕੋਲੋਂ ਗਲਤੀ ਹੋ ਗਈ, ਤੁਸੀਂ ਆਜ਼ਾਦ ਹੋ, ਜਿੱਥੇ ਜੀ ਚਾਹੇ ਵਿਚਰ ਸਕਦੇ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਆਹ ਜਿਹੜੇ ਲੋਕਾਂ ਨੂੰ ਤੂੰ ਹੋਰ ਪਕੜ ਕੇ ਬੇਗੁਨਾਹਾਂ ਨੂੰ ਤੂੰ ਇਹ ਸਜ਼ਾ ਦੇ ਰਿਹਾ ਹੈ, ਇਹਨਾਂ ਦਾ ਕੀ ਕਸੂਰ ਹੈ? ਜੇ ਸਾਨੂੰ ਛੱਡਣਾ ਚਾਹੁੰਦਾ ਹੈ ਤਾਂ ਤੈਨੂੰ ਇਹਨਾਂ ਨੂੰ ਵੀ ਛੱਡਣਾ ਪਵੇਗਾ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਧਾਰ ਦੇ ਰਾਜਿਆਂ ਨੂੰ ਰਿਹਾ ਕਰਵਾ ਦਿੱਤਾ ਸੀ, ਇਸ ਤਰ੍ਹਾਂ ਦੀ ਹੀ ਬਖਸ਼ਿਸ਼ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਹੋਈ। ਬਾਬਰ ਨੇ ਹੁਕਮ ਦਿੱਤਾ, ਸਿਪਾਹੀਆਂ ਸਾਰਿਆਂ ਨੂੰ ਛੱਡ ਦਿਓ। ਸਾਰਿਆਂ ਨੂੰ ਛੱਡ ਦਿੱਤਾ ਗਿਆ। ਗੁਰੂ ਨਾਨਕ ਪਾਤਸ਼ਾਹ ਨੂੰ ਛੱਡ ਦਿੱਤਾ ਗਿਆ। ਬਾਬਰ ਦੀ ਇੰਨੀ ਸ਼ਰਧਾ ਵਧੀ। ਬਾਬਰ ਨੇ ਕਿਹਾ ਜਿਸ ਤਰ੍ਹਾਂ ਦੇ ਉਹ ਫਕੀਰ ਪਹਿਲਾਂ ਸੋਚਦਾ ਸੀ, ਜਿਹੋ ਜਿਹੇ ਵੇਖੇ ਸਨ, ਇਹ ਵੀ ਫਕੀਰ ਉਹੋ ਜਿਹਾ ਹੀ ਹੋਏਗਾ। ਆਮ ਤੌਰ ਤੇ ਇੱਥੇ ਸਾਡੇ ਦੇਸ਼ ਵਿੱਚ ਜਿਹੜੇ ਫਕੀਰ ਮੁਸਲਮਾਨ ਸਨ, ਚਾਹੇ ਜੋਗੀ ਸਨ, ਚਾਹੇ ਕੋਈ ਹੋਰ ਸਨ, ਇਹ ਭੰਗ ਪੀਂਦੇ ਸਨ। ਭੰਗ ਪੀ ਕੇ ਫਿਰ ਲੰਮੀਆਂ ਲੰਮੀਆਂ ਸਮਾਧੀਆਂ ਲਾਉਂਦੇ ਸਨ ਔਰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਨ ਦਾ ਯਤਨ ਕਰਦੇ ਸਨ।
ਬਾਬਰ ਨੇ ਸੋਚਿਆ ਕਿ ਸ਼ਾਇਦ ਇਹ ਫਕੀਰ ਵੀ ਭੰਗ ਪੀਣ ਵਾਲਾ ਹੀ ਹੈ। ਇਤਿਹਾਸ ਵਿੱਚ ਆਇਆ ਕਿ 7 ਮੁੱਠਾਂ ਭੰਗ ਦੀਆਂ ਉਸਨੇ ਥੈਲੀ ਵਿੱਚ ਪਾ ਕੇ, ਹੋ ਸਕਦਾ ਬਾਬਰ ਆਪ ਵੀ ਪੀਂਦਾ ਹੋਵੇ, ਗੁਰੂ ਨਾਨਕ ਪਾਤਸ਼ਾਹ ਦੇ ਕੇ ਭੇਟਾਂ ਕੀਤੀਆਂ। ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਅਸੀਂ ਇਸ ਭੰਗ ਨੂੰ ਨਹੀਂ ਪੀਂਦੇ, ਅਸੀਂ ਇਸ ਭੰਗ ਨੂੰ ਪੀ ਕੇ ਪਰਮਾਤਮਾ ਦੇ ਧਿਆਨ ਵਿੱਚ ਨਹੀਂ ਜੁੜਦੇ। ਉਹ ਕਿਹੜੀ ਭੰਗ ਹੈ, ਉਹ ਮਹਾਰਾਜ ਨੇ ਇਸ ਸ਼ਬਦ ਦੇ ਰਾਹੀਂ ਦੱਸੀ ਹੈ। ਬਖਸ਼ਿਸ਼ ਕਰ ਰਹੇ ਹਨ। ਤਲੰਗ ਮਹਿਲਾ ਪਹਿਲਾ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਮੰਗਲ ਹੈ ਇੱਕ ਵਾਹਿਗੁਰੂ ਪਰਮੇਸ਼ਰ ਜੋ ਸਰਵ ਵਿਆਪਕ ਹੈ, ਸਰਵ ਸਮਰੱਥ ਹੈ, ਕਰਤਾ ਹੈ, ਹਰਤਾ ਹੈ, ਪ੍ਰਤਿਪਾਲਕ ਹੈ, ਜੋ ਹੱਥਾਂ ਹੈ, ਹਾਜ਼ਰ ਨਾਜ਼ਰ ਹੈ। ਗੁਰੂ ਦੀ ਬਖਸ਼ਿਸ਼ ਦੇ ਨਾਲ ਉਸ ਦਾ ਅਨੁਭਵ ਹੁੰਦਾ ਹੈ। ਉਸ ਪਰਮੇਸ਼ਰ ਦਾ ਧਿਆਨ ਕਰਕੇ ਮਹਾਰਾਜ ਇਹ ਸ਼ਬਦ ਸਾਨੂੰ ਬਖਸ਼ਿਸ਼ ਕਰ ਰਹੇ ਹਨ। ਭਾਉ ਤੇਰਾ ਭਾਂਗ ਖੱਲੜੀ ਮੇਰਾ ਚੀਜ਼। ਭਾਉ ਪੱਬਾ ਕੁੜੇ ਨੂੰ ਉਕੜਾ ਭਾਉ। ਜਦੋਂ ਪੱਬੇ ਨੂੰ ਕੰਨੇ ਨਾਲ ਭਾਉ ਆਵੇ, ਭਾਉ ਹੋਵੇ, ਉਸ ਦਾ ਅਰਥ ਹੈ ਗੁਰਬਾਣੀ ਵਿੱਚ ਪ੍ਰੇਮ। ਜਦੋਂ ਪੱਬਾ ਮੁਕਤਾ ਹੋਵੇ, ਉਸ ਵੇਲੇ ਇਸ ਦਾ ਅਰਥ ਹੈ ਪਿਆਰ। ਇਹ ਦੋਨੋਂ ਸ਼ਬਦ ਇੱਕੋ ਜਿਹੇ ਜਾਪਦੇ ਹਨ, ਪਰ ਅਰਥਾਂ ਦੇ ਵਿੱਚ ਫਰਕ ਹੈ। ਸੋ ਮਹਾਰਾਜ ਕਹਿੰਦੇ ਹਨ ਕਿ ਹੇ ਬਾਬਰ, ਵਾਹਿਗੁਰੂ ਪਰਮੇਸ਼ਰ, ਤੇਰਾ ਦਾ ਮਤਲਬ ਵਾਹਿਗੁਰੂ ਪਰਮੇਸ਼ਰ ਦਾ ਹੈ। ਸਿੱਧਾ ਸੰਬੋਧਨ ਹੀ ਵਾਹਿਗੁਰੂ ਨੇ ਕੀਤਾ ਹੈ। ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਭੈ ਹੈ, ਇਹੀ ਮੇਰੀ ਭੰਗ ਹੈ। ਖੱਲੜੀ ਮੇਰਾ ਚਿੱਤ। ਖੱਲੜੀ ਕੀ ਹੈ? ਥੈਲੀ, ਜਿਸ ਵਿੱਚ ਫਕੀਰ ਭੰਗ ਪਾ ਕੇ ਰੱਖਦੇ ਹਨ। ਇਹ ਭੰਗ ਪਾਉਣ ਵਾਲੀ ਜੇ ਥੈਲੀ ਹੈ, ਇਹ ਮੇਰਾ ਚਿੱਤ ਹੈ। ਭਾਵ ਮੈਂ ਆਪਣੇ ਚਿੱਤ ਦੇ ਵਿੱਚ, ਆਪਣੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਭਾਵ ਰੱਖਦਾ ਹਾਂ। ਇਸ ਭਾਵ ਵਿੱਚ ਰਹਿ ਕੇ ਮੈਂ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਗੱਲ ਨਹੀਂ ਮੰਨਦਾ ਹੈ, ਕਿਸੇ ਹੋਰ ਦੇ ਬਾਰੇ ਕੁਝ ਸੋਚਦਾ ਵੀ ਨਹੀਂ ਹਾਂ। ਉਹ ਜੋ ਮੈਨੂੰ ਕਹਿੰਦਾ ਹੈ ਮੈਂ ਉਹੀ ਕੁਝ ਕਰਦਾ। ਦੇਵਾਨਾ ਦਾ ਅਰਥ ਹੈ ਮਸਤਾਨਾ। ਮੈਂ ਦੇਵਾਨਾ ਭਇਆ ਅਤੀਤ। ਅਤੀਤ ਸੰਸਾਰ ਵੱਲੋਂ ਅਤੀਤ ਹੋ ਗਿਆ। ਚਿੰਤਾ ਨਹੀਂ ਹੈ ਮੈਨੂੰ ਕੋਈ। ਸੰਸਾਰਕ ਮਮਤਾ, ਸੰਸਾਰਕ ਚਿੰਤਾ ਨੇ ਮੈਨੂੰ ਤੋਂ ਮੈਂ ਮੁਕਤ ਹੋ ਗਿਆ ਹਾਂ। ਇੱਕ ਵਾਹਿਗੁਰੂ ਪਰਮੇਸ਼ਰ ਦਾ ਭਾਵ ਮਨ ਵਿੱਚ ਰੱਖ ਕੇ ਇਸ ਭੰਗ ਨੂੰ ਪੀ ਕੇ, ਭਾਵ ਇਹ ਮਸਤੀ ਵਿੱਚ, ਇਹ ਨਸ਼ਾ ਮੈਨੂੰ ਐਸਾ ਚੜ੍ਹਿਆ ਹੈ ਕਿ ਮੈਨੂੰ ਹੁਣ ਪਰਮਾਤਮਾ ਤੋਂ ਬਿਨਾਂ ਹੋਰ ਕੁਛ ਨਹੀਂ ਦਿਸਦਾ। ਜਿਵੇਂ ਨਸ਼ਈ ਬੰਦੇ ਨੂੰ ਨਸ਼ੇ ਤੋਂ ਬਿਨਾਂ ਹੋਰ ਕੁਝ ਨਹੀਂ ਸੁਝਦਾ ਹੈ, ਇਸੇ ਤਰ੍ਹਾਂ ਹੀ ਰੱਬ ਦੇ ਦੀਵਾਨੇ ਜਿਹੜੇ ਹਨ, ਰੱਬ ਦੇ ਪਿਆਰੇ, ਉਹ ਮਸਤ ਹੋ ਜਾਂਦੇ ਹਨ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਦੇ ਵਿੱਚ। ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੋ ਨਿਕਟਾ ਨੀਚ। ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੀ ਮੈਨੂੰ ਭੁੱਖ ਲੱਗੀ ਹੋਈ ਹੈ। ਇਸ ਮਸਤੀ ਦੇ ਵਿੱਚ ਮੈਂ ਕੀ ਚਾਹੁੰਦਾ ਕੀ ਹਾਂ, ਮੈਨੂੰ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋਣ। ਇਸ ਕਰਕੇ ਕਾਸਾ ਕਹਿੰਦੇ ਹਨ ਭਾਂਗੇ ਨੂੰ, ਜਿਹਦੇ ਵਿੱਚ ਫਕੀਰ ਖੈਰ ਮੰਗਦੇ ਹਨ, ਜਿਹਦੇ ਵਿੱਚ ਘਰਾਂ ਵਾਲੇ ਜਾਂ ਲੋਕ ਜਿਹੜੇ ਹਨ ਕੋਈ ਜੋ ਦਾਨ ਦੇਣਾ ਹੁੰਦਾ ਉਸ ਦੇ ਵਿੱਚ ਪਾਉਂਦੇ ਹਨ। ਕਹਿੰਦੇ ਮੈਂ ਹੱਥਾਂ ਨੂੰ ਆਪਣਿਆਂ ਨੂੰ ਕਾਸਾ ਬਣਾਇਆ ਹੈ, ਉਹ ਬਰਤਨ ਬਣਾਇਆ ਹੈ ਜਿਸ ਵਿੱਚ ਖੈਰ ਪਾਉਂਦੇ ਹਨ। ਭਾਵ ਮੈਂ ਵਾਹਿਗੁਰੂ ਪਰਮੇਸ਼ਰ ਦੇ ਅੱਗੇ, ਮਹਾਰਾਜ ਨੇ ਕਿਹਾ ਕਾਸਾ ਅੰਜਲੀ ਪੁਨ ਵਰਗਾ ਹੈ। ਅੰਜਲੀ ਕੀ ਹੁੰਦੀ ਹੈ? ਐਂ ਬੁੱਕ ਬਣਾਈਦਾ ਹੈ, ਜਿਹੜਾ ਪਾਣੀ ਪੀਣ ਲੱਗਿਆ ਬੁੱਕ ਬਣਾਈਦਾ ਹੈ, ਇਹਨੂੰ ਅੰਜਲੀ ਕਹਿੰਦੇ ਹਨ। ਤੁਸੀਂ ਦੇਖੋ ਬਹੁਤ ਸਾਰੇ ਸ਼ਰਧਾਲੂ ਲੋਕ, ਗੁਰਸਿੱਖ ਵੀ, ਮੁਸਲਮਾਨ ਖਾਸ ਤੌਰ 'ਤੇ ਇਹ ਅੰਜਲੀ ਬਣਾਉਂਦੇ ਹਨ ਹੱਥਾਂ ਦੀ, ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ। ਜਦੋਂ ਆਪਣੇ ਇਸ਼ਟ ਦੇ ਸਾਹਮਣੇ ਹੁੰਦੇ ਹਨ ਤਾਂ ਅੰਜਲੀ ਬਣਾਉਂਦੇ ਹਨ ਕਿ ਇਹ ਮੇਰਾ ਬਰਤਨ ਹੈ, ਇਸ ਬਰਤਨ ਦੇ ਵਿੱਚ ਤੁਸੀਂ ਖੈਰ ਪਾ ਦਿਓ। ਸੱਚੇ ਪਾਤਸ਼ਾਹ, ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ ਮੇਰੇ ਅੰਦਰ,
ਤੁਸੀਂ ਮੇਰੇ ਤੇ ਕਿਰਪਾ ਕਰੋ। ਮੇਰੇ ਹੱਥਾਂ ਰੂਪੀ ਇਸ ਕਾਸੇ ਬਰਤਨ ਦੇ ਵਿੱਚ ਤੁਸੀਂ ਆਪਣੇ ਦਰਸ਼ਨ ਜਿਹੜੇ ਹਨ, ਇਹ ਦਰਸ਼ਨਾਂ ਦੀ ਖੈਰ ਪਾ ਦਿਓ। ਭਾਵ ਕੋਈ ਅਜਿਹਾ ਸਮਾਂ ਨਾ ਮੇਰੇ ਜੀਵਨ ਦੇ ਵਿੱਚ ਆਵੇ ਜਦੋਂ ਤੁਸੀਂ ਮੈਨੂੰ ਭੁੱਲ ਜਾਓ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪਾਵਨ ਬਚਨ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰੈ ਤੁਧ ਭਗਵੰਤਾ। ਮੋਹਿ ਰਹਿਣ ਨਾ ਵਿਹਾਵੈ, ਨੀਂਦ ਨਾ ਆਵੈ, ਬਿਨ ਦੇਖੇ ਗੁਰ ਦਰਬਾਰੇ। ਇਹ ਮੇਰੇ ਮਾਲਕਾ, ਮੈਨੂੰ ਤਾਂ ਨੀਂਦ ਵੀ ਭੁੱਲ ਗਈ ਹੈ, ਨੀਂਦ ਹੀ ਨਹੀਂ ਆਉਂਦੀ। ਮੇਰੀ ਤਾਂ ਜੀਵਨ ਰੂਪੀ ਰਾਤ ਬਤੀਤ ਹੀ ਨਹੀਂ ਹੁੰਦੀ ਹੈ। ਹੁਣ ਇੰਨੀ ਭੁੱਖ ਤੇਰੇ ਦਰਸ਼ਨਾਂ ਦੀ ਲੱਗ ਗਈ ਹੈ। ਕਦੋਂ ਤੇਰੇ ਦਰਸ਼ਨ ਹੋਣਗੇ? ਇਹ ਹੈ ਰੱਬ ਦੇ ਪਿਆਰਿਆਂ ਦਾ ਜੀਵਨ। ਮੈਂ ਦਰ ਮੰਗੋ ਨੀਤਾ ਨੀਤ, ਤੇਰੇ ਦਰ ਤੋਂ ਸੱਚੇ ਪਾਤਸ਼ਾਹ ਨੀਤਾ ਨੀਤ ਰੋਜ਼ਾਨਾ ਹੀ, ਹਰ ਵੇਲੇ ਹੀ ਮੈਂ ਇਹ ਖੈਰ ਮੰਗਦਾ ਰਹਿੰਦਾ ਹਾਂ ਕਿ ਤੇਰੇ ਦਰਸ਼ਨ। ਮਹਾਰਾਜ ਨੇ ਪਵਿੱਤਰ ਬਾਣੀ ਦੇ ਵਿੱਚ ਇਹ ਵੀ ਸਮਝਾਇਆ ਹੈ ਕਿ ਦਰਸ਼ਨਾਂ ਦੀ ਭੁੱਖ ਲੱਗਣੀ ਇਹ ਬਹੁਤ ਵੱਡੀ ਗੱਲ ਹੈ। ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਰਸ ਹੈ, ਜੋ ਤ੍ਰਿਖਾਵੰਤ ਬਿੰਦੀਰ। ਦੋਵੇਂ ਗੱਲਾਂ ਤੇ ਬੜਾ ਜ਼ੋਰ ਦਿੱਤਾ। ਇੱਕ ਤਾਂ ਸੱਚੇ ਨਾਮ ਦੀ ਭੁੱਖ ਲੱਗ ਜਾਵੇ, ਭੁੱਖ ਹੈ ਜਾਂ ਪਿਆਸ ਲੱਗ ਜਾਵੇ। ਤ੍ਰਿਖਾਵੰਤ ਬਿੰਦੀਰ, ਤ੍ਰਿਖਾ ਪਿਆਸੇ ਨੂੰ ਕਹਿੰਦੇ ਹਨ। ਜਿਵੇਂ ਪਾਣੀ ਤੋਂ ਬਿਨਾਂ ਪਿਆਸਾ ਜਾਂ ਤਰਲੇ ਲੈਂਦਾ ਹੈ, ਜਿੰਨਾ ਚਿਰ ਉਸ ਨੂੰ ਪਾਣੀ ਨਾ ਮਿਲੇ ਉਨਾ ਚਿਰ ਰੋਂਦਾ ਹੈ, ਕੜਾਉਂਦਾ ਹੈ, ਔਖਾ ਹੁੰਦਾ ਹੈ, ਦੁਖੀ ਹੁੰਦਾ ਹੈ। ਇਸੇ ਤਰ੍ਹਾਂ ਹੀ ਰੱਬ ਦੇ ਪਿਆਰਿਆਂ ਦਾ ਹਾਲ ਹੈ। ਇਹ ਜਿਨ੍ਹਾਂ ਦੀ ਇਸ ਪਾਸੇ ਲੱਗਿਆ ਹੋਇਆਂ ਲਗਨ ਲੱਗ ਜਾਵੇ ਗੁਰੂ ਦੀ ਕਿਰਪਾ ਦੇ ਨਾਲ, ਫਿਰ ਉਹ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੇ। ਕਿਤੇ ਵੀ ਹੁਣ ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਗੁਰੂ ਦੇ ਦਰਸ਼ਨ ਜ਼ਰੂਰ ਕਰਦੇ ਹਾਂ ਔਰ ਗੁਰੂ ਦੇ ਦਰਸ਼ਨਾਂ ਵਾਸਤੇ ਜ਼ਰੂਰ ਪਹੁੰਚਦੇ ਹਾਂ। ਗੁਰੂ ਦੇ ਦਰਸ਼ਨ ਮਹਾਰਾਜ ਨੇ ਸਾਨੂੰ ਉਪਦੇਸ਼ ਦਿੱਤਾ ਹੈ ਪਵਿੱਤਰ ਬਾਣੀ ਦੇ ਰਾਹੀਂ, ਉਹ ਗੁਰੂ ਸ਼ਬਦ ਦੇ ਦਰਸ਼ਨ। ਜਿੰਨਾ ਚਿਰ ਮਹਾਰਾਜ ਸਰੀਰ ਰੂਪ ਵਿੱਚ ਸਨ ਤਾਂ ਗੁਰਸਿੱਖ ਬੜੀ ਦੂਰੋਂ ਦਰਸ਼ਨਾਂ ਦੀ ਚਾਹ ਰੱਖ ਕੇ ਦਰਸ਼ਨ ਕਰਨ ਵਾਸਤੇ ਆਉਂਦੇ ਸਨ। ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਮ ਪਾਤਸ਼ਾਹ ਨੇ ਗੁਰੂ ਦੀ ਕੋਸ਼ਿਸ਼ ਕਰ ਦਿੱਤੀ ਤਾਂ ਉਸ ਤੋਂ ਬਾਅਦ ਗੁਰਸਿੱਖ ਜਿਹੜੇ ਹਨ ਉਹਨਾਂ ਨੂੰ ਹੁਕਮ ਹੈ, ਸਭ ਸਿੱਖਾਂ ਦਾ ਹੁਕਮ ਹੈ, ਗੁਰੂ ਮਾਨਿ ਕਰਾਵੇ। ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਕਰਨੇ, ਜੋ ਮੋਹੇ ਦਰਸ਼ਨ ਕੀ ਚਾਹੇ ਦਰਸ਼ਨ ਕਰੈ ਗ੍ਰੰਥ ਜੀ ਆਏ। ਹੁਣ ਜੇ ਮੇਰੇ ਦਰਸ਼ਨ ਕਰਨੇ ਹਨ ਤਾਂ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਆ ਕੇ ਨਮਸਕਾਰ ਕਰੋ, ਉੱਥੇ ਦਰਸ਼ਨ ਹੋਣਗੇ ਤੁਹਾਨੂੰ ਮੇਰੇ। ਗੁਰੂ ਗ੍ਰੰਥ ਸਾਹਿਬ ਜੀ ਹੀ ਮੇਰਾ ਰੂਪ ਹਨ। ਮੇਰਾ ਰੂਪ ਗ੍ਰੰਥ ਜੀ ਜਾਨ, ਜਾ ਮੈਂ ਪੀਰ ਨਾ ਰੰਜ ਪਛਾਣ। ਮੇਰੇ ਤੇ ਗੁਰੂ ਗ੍ਰੰਥ ਸਾਹਿਬ ਦੀ ਪਰ ਵੀ ਫਰਕ ਨਹੀਂ। ਇਹ ਦਰਸ਼ਨ ਇਹ ਜਿੱਦਾਂ ਕਰ ਰਹੇ ਹਨ ਆਪਾਂ, ਇੱਦਾਂ ਦਰਸ਼ਨ ਹੁੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ। ਤਉ ਦਰਸ਼ਨ ਕੀ ਕਰਮ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ ਰਹਾ। हे ਮੇਰੇ ਮਾਲਕ, ਮੈਂ ਤਾਂ ਤੇਰੇ ਦਰਸ਼ਨਾਂ ਦੀ ਮੰਗ ਕਰਦਾ ਹਾਂ, ਦਿਨ ਰਾਤ ਇਹੀ ਮੰਗ ਕਰਦਾ ਹਾਂ। ਰਾਤ ਦਿਨ ਹੀ ਇਹੀ ਮੇਰੀ ਇੱਛਾ ਹੈ ਕਿ ਦਰਸ਼ਨ ਤੇਰੇ ਹੁੰਦੇ ਰਹਿਣ। ਤੇਰੇ ਦਰਸ਼ਨਾਂ ਤੋਂ ਬਿਨਾਂ ਮੈਂ ਮਰਦਾ। ਮੈਂ ਦਰ ਮੰਗਤ ਭੀਖਿਆ ਪਾਏ, ਤੇਰੇ ਦਰ ਤੋਂ ਮੰਗਦਾ ਰਹਿਣਾ, ਹਰ ਵੇਲੇ ਹੀ ਮੰਗਦਾ ਰਹਿੰਦਾ ਹਾਂ। ਮੈਨੂੰ ਇਹ ਦਰਸ਼ਨਾਂ ਦੀ ਭਿਕਸ਼ਾ ਜਿਹੜੀ ਹੈ ਉਹ ਮੈਨੂੰ ਬਖਸ਼ਿਸ਼ ਕਰ ਰਹਾ। ਕੇਸਰ ਕੁਸਮ ਮਿਰਗ ਮੈਂ ਹਰਣਾ, ਸਰਬ ਸਰੀਰੀ ਚੜ੍ਹ। ਹੁਣ ਇੱਥੇ ਮਹਾਰਾਜ ਇੱਕ ਹੋਰ ਨਵੀਂ ਗੱਲ ਪੇਸ਼ ਕਰ ਰਹੇ ਹਨ ਸਾਡੇ ਸਾਹਮਣੇ। ਇਹ ਤਾਂ ਹੈ ਸਾਖੀਕਾਰਾਂ ਨੇ ਸਾਖੀ ਜੋੜੀ ਹੈ, ਜੋ ਥਾਨਕਾ ਬਣਾਈ ਹੈ ਉਸ ਦੇ ਅਨੁਸਾਰ ਦਾਸ ਨੇ ਆਪ ਜੀ ਨੂੰ ਸੁਣਾਈ ਹੈ। ਇਸ ਦੇ ਪਿੱਛੇ ਜਿਹੜਾ ਸ਼ਬਦ ਦੇ ਪਿੱਛੇ ਜੇ ਧਿਆਨ ਨਾਲ ਗਹੁ ਨਾ ਵਾਚੀਏ ਤਾਂ ਸ਼ਬਦ ਦਾ ਜਿਹੜਾ ਭਾਵ ਹੈ ਉਹ
ਹੋ ਸਕਦਾ ਬਾਬਰ ਦੇ ਨਾਲ ਸੰਬੰਧਿਤ ਇਹ ਗੱਲ ਹੋਈ ਹੈ ਜਾਂ ਨਹੀਂ, ਇਹ ਆਪਾਂ ਨਹੀਂ ਜਾਣਦੇ ਇਤਿਹਾਸ ਜਿਹੜਾ ਹੈ, ਕਿਉਂਕਿ ਆਪਾਂ ਕਿਹੜੇ ਉਸ ਵੇਲੇ ਹੈਗੇ ਸੀ। ਕਿੰਤੂ ਤੁਰੰਤ ਸਾਡਾ ਕੋਈ ਨਹੀਂ ਹੈ, ਹੋਈ ਵੀ ਹੋ ਸਕਦੀ ਹੈ। ਇਸ ਪਹਿਲੀਆਂ ਜਿਹੜੀਆਂ ਤੁਕਾਂ ਹਨ ਇਹਨਾਂ ਨੂੰ ਵੇਖ ਕੇ ਹੁਣ ਅਗਲੀ ਜਿਹੜੀ ਆ ਇੱਥੇ ਅੱਗੇ ਆ ਰਿਹਾ ਹੈ ਜਿਹੜਾ ਸ਼ਬਦ ਆ ਐਸਾ, ਇਹਦੇ ਵਿੱਚ ਵੇਖੋ ਮਹਾਰਾਜ ਦੀ ਕੋਸ਼ਿਸ਼ ਕਰ ਰਹੇ ਨੇ। ਕੇਸਰ ਕੁਸੁਮ ਮਿਰਗ ਮੈਂ ਹਰਣਾ। ਕੇਸਰ ਕੇਸਰ ਜਿਹਾ ਹੁੰਦਾ ਜਿਹਦੇ ਟਿੱਕੇ ਲਾਉਂਦੇ ਨੇ ਲੱਗੀ ਮੰਨੀ ਜਾਂਦੀ ਹੈ। ਕੁਸਮ ਫੁੱਲ, ਮਿਰਗਮੈ, ਮਿਰਗਮੈ ਇਹਨੂੰ ਕਸਤੂਰੀ ਨੂੰ ਕਹਿੰਦੇ ਹਨ। ਮਿਰਗ ਦੀ ਨਾਭੀ ਦੇ ਵਿੱਚੋਂ ਨਿਕਲਦੀ ਹੈ। ਹਰਣਾ, ਹਰਣਾ ਸੋਨੇ ਨੂੰ ਕਿਹਾ ਜਾਂਦਾ ਹੈ। ਸਰਬ ਸਰੀਰੀ, ਸਰੀਰੀ ਪਾਠ ਕਰਨਾ, ਸਾਰੇ ਸਰੀਰਾਂ ਤੇ ਇਹ ਚੜ੍ਹਦਾ ਹੈ। ਪਰ ਦੇਖ ਲਓ ਇਹ ਵਿਤਕਰਾ ਨਹੀਂ ਕਿਸੇ ਨੇ ਕਰਨਾ। ਸੋਨਾ ਕੋਈ ਵੀ ਪਾ ਸਕਦਾ ਹੈ। ਸੋਨਾ ਨਹੀਂ ਕਹੇਗਾ ਕਿ ਤੂੰ ਗਰੀਬ ਹੈ, ਤੂੰ ਮੈਨੂੰ ਕਿਉਂ ਪਾਇਆ ਹੈ, ਤੂੰ ਐਸ਼ ਜਾਣਦਾ ਹੈ, ਤੂੰ ਮੈਨੂੰ ਕਿਉਂ ਪਾਇਆ ਹੈ, ਤੂੰ ਐਸ ਧਰਮ ਦਾ ਹੈ, ਤੂੰ ਮੈਨੂੰ ਕਿਉਂ ਪਾਇਆ ਹੈ। ਸੋਨੇ ਦਾ ਸੁਭਾਅ ਹੈ। ਇਸੇ ਤਰ੍ਹਾਂ ਹੀ ਕਸਤੂਰੀ ਹੈ, ਸੁਗੰਧੀ ਵਾਲਾ ਪਦਾਰਥ ਹੈ। ਕੁਸਮ ਫੁੱਲ ਸੁਗੰਧੀ ਵਾਲਾ, ਸੁਗੰਧੀ ਹੈ ਨਾ, ਕੇਸਰ ਵਿੱਚ ਵੀ ਸੁਗੰਧੀ ਹੈ। ਇਹ ਚੀਜ਼ਾਂ ਜਿਸ ਵੀ ਸਰੀਰ ਦੇ ਉੱਤੇ ਵਰਤੀਆਂ ਜਾਣ, ਇਹਨਾਂ ਵੱਲੋਂ ਕਦੇ ਕਿੰਤੂ ਨਹੀਂ ਹੋਇਆ ਕਿ ਤੁਸੀਂ ਸਾਨੂੰ ਕਿਉਂ ਇਹਨਾਂ ਸਰੀਰਾਂ ਤੇ ਵਰਤਿਆ। ਭਾਵ ਕਿਸੇ ਵੀ ਸਰੀਰ ਦੇ ਉੱਤੇ ਇਹਨਾਂ ਨੂੰ ਵਰਤਿਆ ਜਾ ਸਕਦਾ ਹੈ। ਜਿਵੇਂ ਇਹ ਵਿਤਕਰਾ ਨਹੀਂ ਕਰਦੀਆਂ, ਇਸੇ ਤਰ੍ਹਾਂ ਹੀ ਪਰਮਾਤਮਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਹੈ। ਪਰਮਾਤਮਾ ਦਾ ਸੁਭਾਅ ਇਹ ਹੈ ਕਿ ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਉਹ ਕਿਸੇ ਦੀ ਜਾਤ ਨਹੀਂ ਦੇਖਦਾ, ਕਿਸੇ ਦੀ ਗੋਦ ਨਹੀਂ ਦੇਖਦਾ, ਕਿਸੇ ਦਾ ਧਰਮ ਨਹੀਂ ਵੇਖਦਾ, ਕਿਸੇ ਨੂੰ ਰਾਜਾ ਹੈ, ਕੰਗਾਲ ਹੈ, ਗਰੀਬ ਹੈ, ਅਮੀਰ ਹੈ, ਕਿਹੜੀ ਜਾਤ ਦਾ ਹੈ, ਇਹ ਪਰਮਾਤਮਾ ਨਹੀਂ ਵੇਖਦਾ। ਇਹ ਸਾਡੇ ਲੋਕਾਂ ਦੀ ਸੋਚ ਬਣੀ ਹੋਈ ਹੈ। ਅਸੀਂ ਲੋਕ ਇਹਨਾਂ ਗੱਲਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਾਂ। ਚੰਦਨ ਭਗਤਾਂ ਜੋਤ ਅੰਦੇਹੀ ਸਰਵੇ ਪਰਮਲ ਕਰਨ। ਹੁਣ ਇੱਕ ਹੋਰ ਉਦਾਹਰਨ ਦਿੱਤੀ ਮਹਾਰਾਜ। ਚੰਦਨ, ਚੰਦਨ ਦਾ ਸੁਗੰਧੀ ਆਉਂਦੀ, ਇਹ ਵੀ ਸੁਗੰਧੀ ਵਾਲਾ ਪਦਾਰਥ ਹੈ। ਇਹਦੇ ਚੰਦਨ ਦਾ ਕੰਮ ਕੀ ਹੈ? ਸਰਵੇ ਪਰਮਲ ਕਰਨਾ। ਜਿਹੜੀ ਚੀਜ਼ ਉਹਦੇ ਲਾਗੇ ਜਿਹੜਾ ਵੀ ਬੂਟਾ ਪਿਆ ਹੋਵੇ ਉਸ ਨੂੰ ਸੁਗੰਧੀ ਵਾਲਾ ਬਣਾ ਦਿੰਦਾ ਹੈ। ਭਗਤਾਂ, ਭਗਤ, ਰੱਬ ਦੇ ਭਗਤ ਜਿਹੜੇ ਹਨ ਉਹਨਾਂ ਦਾ ਇੱਕ ਗੁਣ ਹੈ ਕਿ ਕੋਈ ਵੀ ਆ ਜਾਵੇ, ਜਿਵੇਂ ਚੰਦਨ ਵਾਂਗ ਜਿਹੜਾ ਵੀ ਗੁਣ ਹੋਵੇ ਉਸ ਨੂੰ ਸੁਗੰਧੀ ਦੇਣਗੇ। ਭਗਤ ਇਸੇ ਤਰ੍ਹਾਂ ਹੀ ਕੋਈ ਵੀ ਆ ਜਾਏ, ਕਿਸੇ ਵੀ ਵਰਣ ਦਾ ਆ ਜਾਵੇ, ਕੋਈ ਵੀ ਆ ਜਾਏ, ਗਰੀਬ ਆ ਜਾਏ, ਅਮੀਰ ਆ ਜਾਏ, ਕੋਈ ਵੀ ਆ ਜਾਵੇ, ਰੱਬ ਦਾ ਭਗਤ ਜਿਹੜਾ ਹੈ ਉਹ ਸਾਰਿਆਂ ਨੂੰ ਹੀ ਸੁਗੰਧੀ ਵਾਲੇ ਬਣਾਉਂਦਾ ਹੈ। ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ, ਗੁਰਸਿੱਖੀ ਕੀ ਹੈ? ਗੁਰਸਿੱਖ ਕੌਣ ਹੈ? ਜਿਸ ਦੇ ਕੋਲੋਂ ਗੁਰਮਤਿ ਦੀ ਸੁਗੰਧੀ ਆਉਂਦੀ ਹੈ। ਪਹਿਰਾਵਾ ਨਹੀਂ ਹੈ ਜੋ ਅਸੀਂ ਖਾਸ ਪਹਿਰਾਵਾ ਪਾ ਲਿਆ ਤਾਂ ਅਸੀਂ ਕਹਿ ਆਪਣੇ ਨੂੰ ਪਾਉਣ ਪੇ ਬੜੇ ਬੜੇ। ਪਹਿਰਾਵਾ ਬਾਅਦ ਵਿੱਚ ਹੈ, ਪਹਿਲਾਂ ਅਜਿਹਾ ਜੀਵਨ ਹੈ ਜਹ ਕਰਨੀ ਤੈ ਪੂਰੀ ਮਤ ਕਰਨੀ ਬਾਝੋਂ ਕਟੇਗਾ। ਜੇ ਜੀਵਨ ਨਹੀਂ ਕਰਨੀ ਨਹੀਂ ਹੈ ਅਜਿਹੀ ਤਾਂ ਫਿਰ ਤਾਂ ਕੁਛ ਵੀ ਨਹੀਂ ਹੈ। ਇਸ ਕਰਕੇ ਮਾਰੇ ਕਹਿੰਦੇ ਕਿ ਜਿਹੜੇ ਰੱਬ ਦੇ ਭਗਤ ਹਨ ਉਹਨਾਂ ਦਾ ਸੁਭਾਅ ਅਜਿਹਾ ਹੁੰਦਾ ਹੈ ਜਿਵੇਂ ਚੰਦਨ ਦਾ ਹੁੰਦਾ ਹੈ, ਸਾਰਿਆਂ ਨੂੰ ਹੀ ਸੁਗੰਧੀ ਵਾਲੇ। ਭਾਵ ਉਹਨਾਂ ਨੇ ਉਪਦੇਸ਼ ਸਾਰਿਆਂ ਨੂੰ ਨਹੀਂ ਦੇਣਾ, ਸਾਰਿਆਂ ਨੂੰ ਹੀ ਦੇਣਾ ਹੈ। ਇੱਥੇ ਹਿੰਦੁਸਤਾਨ 'ਚ ਕੀ ਹਾਲ ਸੀ? ਇੱਥੇ ਵਿਤਕਰਾ ਕੀਤਾ ਜਾਂਦਾ ਸੀ। ਵਾਲਮੀਕ ਆਪ ਜੀ ਨੇ ਸਾਖੀ ਸੁਣੀ, ਸੰਖੇਪ ਵਿੱਚ ਲਈਏ। ਇਸ ਦੀ ਮਾਂ ਨੇ ਇਸ ਨੂੰ ਇਸ ਪਾਸੇ ਡਾਕੇ ਮਾਰਨ ਵਾਲੇ ਪਾਸੇ ਤੋਰਿਆ ਸੀ। ਸੋ ਉਸ ਦੀ ਪ੍ਰੇਰਨਾ ਦਾ ਸਦਕਾ ਰੋਜ਼ ਹੀ ਲੁੱਟਦਾ ਸੀ। ਇੱਕ ਵਾਰੀ ਸਾਧੂਆਂ ਨਾਲ ਮੇਲ ਹੋ ਗਿਆ, ਸਾਧੂਆਂ ਨੂੰ ਲੁੱਟਣ ਲੱਗਾ, ਉਹਨਾਂ ਦੇ ਕੱਪੜੇ ਵੀ ਤਨ ਤੋਂ ਲਵਾ ਲਏ। ਕਹਿੰਦਾ ਦਿਓ ਜੋ ਕੁਛ ਹੈ ਤੁਹਾਡੇ ਕੋਲ। ਕਹਿੰਦੇ ਸਾਡੇ ਕੋਲ ਕੁਛ ਨਹੀਂ ਹੈ, ਸਾਡੇ ਕੋਲ ਤਾਂ ਕੁਛ ਵੀ ਨਹੀਂ ਹੈ, ਕੀ ਲੈਣਗਾ ਸਾਡੇ ਕੋਲ। ਮਾਰਨ ਲੱਗਾ ਤਾਂ ਇੱਕ ਸਾਧੂ ਉਹਨਾਂ ਜਿਹੜਾ ਮੁਖੀ ਸੀ ਉਹ ਕਹਿਣ ਲੱਗਾ, ਦੇਖ
ਬਾਲਕ ਸੀ, ਨੌਜਵਾਨ ਸੀ, ਇਹਨੂੰ ਦੇਖਭਾਲ ਕੇ ਸਾਨੂੰ ਮਾਰ ਕੇ ਤੈਨੂੰ ਕੀ ਮਿਲਣਾ ਹੈ। ਕਹਿੰਦੇ ਜਿਹੜਾ ਤੂੰ ਡੱਕ ਕੇ ਮਾਰ ਰਿਹਾ ਹੈ ਇਹ ਕਿਹਦੇ ਵਾਸਤੇ ਮਾਰ ਰਿਹਾ ਹੈ? ਕਹਿੰਦਾ ਮੈਂ ਆਪਣੀ ਮਾਂ ਵਾਸਤੇ ਮਾਰ ਰਿਹਾ। ਮਾਂ ਮੈਨੂੰ ਕਹਿੰਦੀ ਹੈ ਲਿਆ, ਉਹ ਖੁਸ਼ ਹੁੰਦੀ ਹੈ, ਮੈਨੂੰ ਅਸੀਸਾਂ ਦਿੰਦੀ ਹੈ। ਕਹਿੰਦੇ ਜਦੋਂ ਤੂੰ ਪਕੜਿਆ ਗਿਓ ਕਿਤੇ ਤੇ ਤੈਨੂੰ ਸਮੇਂ ਦੀ ਹਕੂਮਤ ਪਕੜ ਕੇ ਸਜ਼ਾ ਦੇਵੇਗੀ, ਉੱਥੇ ਤੇਰੀ ਮਾਂ ਮਦਦ ਕਰੇਗੀ। ਉਹ ਤਾਂ ਕੁਛ ਨਹੀਂ ਕਰ ਆਉਂਦਾ, ਨਹੀਂ ਉਹ ਤਾਂ ਕੁਛ ਨਹੀਂ ਕਰ ਸਕੇਗੀ। ਇਸੇ ਤਰ੍ਹਾਂ ਹੀ ਜਿਹੜੇ ਤੂੰ ਮਾੜੇ ਕਰਮ ਕਰ ਰਿਹਾ ਹੈ ਇੱਥੇ ਸੰਸਾਰ ਵਿੱਚ ਵਿਚਰਦਿਆਂ ਹੋਇਆਂ, ਤੋ ਤੈਨੂੰ ਇਹਨਾਂ ਮਾੜੇ ਕੰਮਾਂ ਦੀ ਸਜ਼ਾ ਦੇਣੀ ਹੈ। ਰੱਬ ਨੇ ਸਭ ਨੂੰ ਸਜ਼ਾ ਦਿੰਦਾ ਹੈ। ਉਸ ਵੇਲੇ ਤਾਂ ਤੇਰੀ ਮਾਂ ਨੇ ਉੱਥੇ ਨਹੀਂ ਹੋਣਾ, ਤੈਨੂੰ ਝੱਲਣੀ ਪਏਗੀ। ਗਿਆਨ ਹੋ ਗਿਆ। ਸਾਧੂ ਦੇ ਵਚਨ ਦੇ ਵਿੱਚ ਬਲ ਹੁੰਦਾ ਹੈ। ਵਚਨ ਦੇ ਨਾਲ ਹੀ ਦੂਜਿਆਂ ਦਾ ਜੀਵਨ ਬਦਲ ਦਿੰਦਾ ਹੈ। ਸੋ ਵਚਨ ਕੀਤਾ, ਵਾਲਮੀਕੀ ਦਾ ਦਿਲ ਬਦਲ ਗਿਆ। ਕਹਿੰਦਾ ਮੈਂ ਤਾਂ ਬਹੁਤ ਗਲਤੀਆਂ ਕਰਦਾ ਰਿਹਾ, ਤੁਸੀਂ ਮੈਨੂੰ ਬਖਸ਼ ਦਿਓ, ਮੇਰੀਆਂ ਸਾਰੇ ਪਾਪਾਂ ਨੂੰ ਬਖਸ਼ ਦਿਓ ਤੇ ਮੈਨੂੰ ਰਸਤਾ ਦੱਸੋ, ਮੈਂ ਕਰਾਂ ਕੀ? ਉਹ ਕਹਿੰਦੇ ਨਾਮ ਜਪਣਾ ਪਏਗਾ। ਇੱਕੋ ਇੱਕ ਤਰੀਕਾ ਹੈ ਪਰਮਾਤਮਾ ਦਾ ਨਾਮ ਜਪਣਾ। ਨਾਮ ਜਪਣ ਨਾਲ ਪਾਪ ਕੱਟੇ ਜਾਂਦੇ ਹਨ, ਹੋਰ ਕੋਈ ਤਰੀਕਾ ਨਹੀਂ ਹੈ। ਨਾਮ ਜਪਿਆ ਕਰ। ਕਹਿੰਦਾ ਕਿਹੜਾ ਨਾਮ ਜਪਾਂ, ਦੱਸੋ ਤੁਸੀਂ ਮੈਨੂੰ। ਹੁਣ ਸਾਧੂ ਛਛੋ ਪੰਜ ਵਿੱਚ ਪੈ ਗਏ ਕਿ ਹੁਣ ਕੀ ਕਰੀਏ, ਕਿਉਂਕਿ ਸਨਾਤਨ ਧਰਮ ਦੇ ਸਾਧੂ ਸਨ। ਸਨਾਤਨੀ ਜਿਹੜੇ ਲੋਕ ਹਨ ਇਹ ਜਾਤ ਪਾਤ ਦਾ ਬੜਾ ਵਿਤਕਰਾ ਕਰਦੇ ਹਨ। ਇਹ ਨੀਵੀਂ ਜਾਤ ਵਾਲਿਆਂ ਨੂੰ ਜਿਹੜੇ ਗੁਰਮੰਤਰ ਦਿੰਦੇ ਹੀ ਨਹੀਂ ਹਨ। ਇਸ ਕਰਕੇ ਇਹ ਸੋਚੀ ਪੈ ਗਈ ਹੁਣ ਕਰੀਏ ਕੀ। ਇਹਨੂੰ ਇਹ ਨਾਮ ਦਾ ਮਤਲਬ ਹੀ ਗੁਰਮੰਤਰ ਹੈ, ਇਹਦਾ ਭਲਾ ਵੀ ਕਰਨਾ ਹੈ, ਹੁਣ ਕਰੀਏ ਕੀ। ਇੱਕ ਸਾਧੂ ਕਹਿੰਦਾ ਜਿੱਦਾਂ ਕਰੋ, ਇਹਨੂੰ ਸਿੱਧਾ ਮੰਤਰ ਨਾ ਦਿਓ, ਰਾਮ ਰਾਮ ਨਾ ਇਹਨੂੰ ਕਹਾਓ, ਇਸਨੂੰ ਪੁੱਠਾ ਮੰਤਰ ਦੇ ਦਿਓ। ਪੁੱਠਾ ਮੰਤਰ ਕੀ? ਰਾਮ ਨੂੰ ਮਰਾ ਬਣਾਤਾ। ਮਰਾ ਕਹਿੰਦੇ ਮਰਾ ਕਰੀ ਜਾਏਗਾ ਤੁਸੀਂ ਲਗਾਤਾਰ ਮਰਾ ਕਰੀ ਜਾਓ, ਇਹ ਆਪੇ ਹੀ ਰਾਮ ਬਣ ਜਾਏਗਾ। ਦੇਖੋ ਤੁਸੀਂ ਕਰਕੇ ਵੇਖੋ, ਵੱਧ ਜਾਣਾ ਤੁਹਾਡੇ ਮੂੰਹ ਆਪੇ ਹੀ ਰਾਮ ਨਿਕਲਣਾ ਪਿਆ। ਉਹਨਾਂ ਨੇ ਤਾਂ ਵਿਤਕਰਾ ਕੀਤਾ ਗੁਰਮੰਤਰ ਦੇਣ ਦੇ ਵਿੱਚ, ਪਰ ਵਾਲਮੀਕ ਨੇ ਉਸ ਗੱਲ ਨੂੰ ਪਕੜ ਲਿਆ, ਉਸ ਦੀ ਕਮਾਈ ਕੀਤੀ। ਜੇ ਕੋ ਬਚਨ ਕਮਾਵੇ ਸੰਤਨ ਕਾ ਸੁਗਰ ਪ੍ਰਸਾਦੀ, ਜੇ ਕੋਈ ਕਮਾਈ ਕਰ ਲਵੇ ਰੱਬ ਦੇ ਪਿਆਰਿਆਂ ਦੇ ਕਹੇ ਵਚਨ ਦੀ, ਤਾਂ ਗੁਰੂ ਦੀ ਕਿਰਪਾ ਨਾਲ ਸੰਸਾਰ ਸਾਰਾ ਤੇ ਪਾਰ ਲੰਘ ਜਾਂਦਾ। ਉਹ ਜਪਦਿਆਂ ਰਾਮ ਕਹਿਣ ਲੱਗ ਪਿਆ। ਆਪਣੇ ਆਪ ਤਾਂ ਸੋਚਦਾ ਤੇ ਇਹੀ ਨਾ ਕਿ ਮੈਂ ਰੱਬ ਦਾ ਨਾਮ ਜਪ ਰਿਹਾ ਹਾਂ, ਕਿਉਂਕਿ ਸਾਧੂ ਨੇ ਕਿਹਾ ਰੱਬ ਦਾ ਨਾਮ ਜਪ। ਉਹਨੂੰ ਕੀ ਪਤਾ ਹੈ ਮਾੜਾ ਕੀ ਹੁੰਦਾ, ਅਨਪੜ੍ਹ ਬੰਦਾ ਸੀ। ਜਪਦਿਆਂ ਰਾਮ ਕਰਦਿਆਂ ਉਸਦਾ ਜੀਵਨ ਬਦਲ ਗਿਆ, ਸਾਧੂ ਬਣ ਗਿਆ। ਦੇਖੋ, ਔਰ ਸਾਧੂ ਵੀ ਅਜਿਹਾ ਕਿ ਉਸਨੇ ਬਾਅਦ ਰਾਮਾਇਣ ਵੀ ਲਿਖੀ ਹੈ, ਵਾਲਮੀਕੀ ਦੀ ਰਾਮਾਇਣ ਹੈ। ਸੀਤਾ ਦੇ ਬੱਚਿਆਂ ਨੂੰ ਉਸਨੇ ਸੰਭਾਲਿਆ। ਸੋ ਇਤਿਹਾਸ ਵਿੱਚ ਉਸਦਾ ਨਾਮ ਹੈ ਨੀਵੀਂ ਜਾਤ ਦਾ ਸੀ। ਨੀਵੀਂ ਜਾਤ ਦਾ ਹੋਣ ਕਰਕੇ ਉਸਨੂੰ ਗੁਰਮੰਤਰ ਨਹੀਂ ਸੀ ਦੇ ਸਕਦੇ। ਸੋ ਇਹ ਵਿਤਕਰਾ ਰੱਬ ਦੇ ਭਗਤਾਂ 'ਚ, ਗੁਰੂ ਦੀ ਮੱਤ ਅਨੁਸਾਰ ਚੱਲਣ ਵਾਲੇ ਭਗਤਾਂ ਵਿੱਚ ਨਹੀਂ ਹੁੰਦਾ। ਇਹ ਰਿਹਾ ਇੱਥੇ ਵਿਤਕਰਾ ਰਿਹਾ। ਇਹ ਨਹੀਂ, ਇਸਲਾਮ ਦੇ ਵਿੱਚ ਔਰ ਹਿੰਦੂ ਮੱਤ ਦੇ ਵਿੱਚ ਇਸਤਰੀ ਨੂੰ ਗੁਰਮੰਤਰ ਨਹੀਂ ਸੀ ਦਿੱਤਾ ਜਾਂਦਾ। ਕਹਿੰਦੇ ਯਾਰ ਤਾਂ ਸਹੀ ਹੈ, ਜਿੰਨਾ ਚਿਰ ਇਸ ਨੂੰ ਦੁਬਾਰਾ ਮਨੁੱਖਾ ਸਰੀਰ ਨਹੀਂ ਮਿਲਦਾ, ਉਹਨਾਂ ਚਿਰ ਪੁਰਸ਼ ਦੇ ਰੂਪ ਵਿੱਚ ਨਹੀਂ ਸੰਸਾਰ 'ਚ ਆਉਂਦੀ, ਉਹਨਾਂ ਚਿਰ ਇਹਨੂੰ ਮੰਤਰ ਨਹੀਂ ਦਿੱਤਾ ਜਾ ਸਕਦਾ। ਔਰ ਗੁਰਮੰਤਰ ਲਏ ਤੋਂ ਬਿਨਾਂ ਇਸ ਦਾ ਜਾਪ ਕਰਨਾ ਜਿਹੜਾ ਹੈ, ਗੁਰੂ ਤੋਂ ਲਏ ਤੋਂ ਬਿਨਾਂ ਜਾਪ ਕਰਨਾ, ਇਹਦਾ ਬਹੁਤਾ ਫਾਇਦਾ ਨਹੀਂ। ਫਾਇਦਾ ਤੇ ਹੁੰਦਾ ਹੈ, ਲੇਕਿਨ ਜੋ ਗੁਰੂ ਤੋਂ ਗੁਰਮੰਤਰ ਲੈ ਕੇ ਜਾਪ ਕੀਤਾ ਜਾਂਦਾ, ਜੋ ਉਹਦਾ ਫਾਇਦਾ ਹੁੰਦਾ ਹੈ, ਉਹਦੇ ਬਰਾਬਰ ਇਹ ਕੁਛ ਵੀ ਨਹੀਂ ਹੈ। ਇਸੇ ਕਰਕੇ ਮਹਾਰਾਜ ਨੇ
वचन किया है गुरु ग्रंथ साहिब दे विच, गुरमंत्र हीणस जो प्राणी प्रगंत जन्म भ्रष्ट है, उक्र है सुक्र है गत है काक है सपने तो कर। गुरु के उपदेश तो गुरु के मंत्र तो सखने जिहड़े लोग हैं लांत है उन्होंने जीवन। इस करके गुरसिख नूं हर एक नूं प्रेरणा करीदी है कि अमृत छक ला, तेरा गाविया सुनिया थाने पै जाएगा जे गुरु का बन जाएगा। तां क्यों गुरु महाराज ने गुरु ग्रंथ साहिब के राही हुक्म देता है सानूं भी ये लैना ही पैना है, नहीं तो वेख लै कुकर है कुकर, उसे सुकर सूर, कक है कां, सरपन सप, तुल खले खले मूर्ख, इहो जिहा जीवन तेरा होएगा संसार में विचर रहना। तो जे नाम जपेगा तो तेरी सारे पासे जय जयकार होगी। सारे तेन आओ बैठ आदर साहब दे तेन सारे आदर देंगे सत्कार देंगे जे परमेश्वर वाले पासे लगा रहेगा। सो मारे कहते कि चंदन भगतां जो तन यही सर्वे परम करन, रब दे भगतां दा चंदन वर्गा सुभाव हुंदा है। जिहड़ा भी आ गया उसनूं भी सुगंधी वाला कर देना, उसनूं भी कर दिंदे हैं। घे पट भांडा कहे ना कोई, ऐसा भगत वर्ण मैं। भगत असल में कौन है महाराज कहते, कहते घ्यो वाला भांडा, घे भांडा, घे नूं भांडे नाल जोड़ो, घ्यो वाला भांडा। पहले घे कहते हुंदे सी, मैं लिखिया हुंदा सुनदा दा सी, साडे जिहड़े बजुर्ग सी ਉਹ ਘਿਓ ਨੂੰ ਘੇ ਕਹਿੰਦੇ ਹੁੰਦੇ ਸੀ। ਘੇ ਪੱਟ ਰੇਸ਼ਮ, ਘੇ ਪੱਟ ਭਾਂਡਾ, ਘਿਓ ਵਾਲਾ ਭਾਂਡਾ ਪੱਟ ਰੇਸ਼ਮ। ਇਹਨੂੰ ਕਿਸੇ ਨੂੰ ਰੇਸ਼ਮ ਮਿਲ ਜੇ ਕੱਪੜੇ ਪਾਉਣ ਨੂੰ, ਪਹਿਲਾਂ ਰੇਸ਼ਮ ਦੇ ਕੱਪੜੇ ਪਹਿਨਦੇ ਸਨ ਲੋਕ, ਅਮੀਰ ਲੋਕ ਪਹਿਨਦੇ ਸਨ, ਬੜੇ ਜਿਸਮ ਚੰਗਾ ਸਮਝਦੇ ਸਨ। ਸੋ ਇਹ ਕਿਹਦਾ ਕਿਹਦਾ ਹੱਥ ਲੱਗਾ ਹੈ कोई नहीं कह सकता। घ्यो वाले भांडे नूं किहदा किहदा हथ लगा है कोई पहचान नहीं है। घ्यो वाला भांडा ते रेशम एक अजिहियां वस्तुआं हन जिन्हां नूं कोई भी हथ ला देवे ये अपवित्र नहीं हुंदे, ये नहीं अपवित्र हुंदे। ऐसा भगत वर्ण मैं रब दे भगत भी है हर थां हर वर्ण दे विच, भाव हर थां ही हर धर्म दे विच रब दे भगत अजिहे हुंदे हन कि उन्हां दे कोल कोई किसी तरह दे भी इंसान आ जाए। देखो गुरु नानक पातशाह का इतिहास आपां पिछे सुनिया, भूमिया चोर आ गया है उहदा भी उधार कर दिता, क्योंकि राक्षस दे नाल वाह पै गया उहदा भी उधार कर दिता, सज्जन ठग दे नाल मिलाप होया उहदा भी उधार करता। एक नेक इंसान तो नहीं सन। दुनी चंद का वाह पै गया, दुनी चंद दे नाल लाहौर विखे दुनी चंद का उधार करता, रात दिन माया माया करी जाता सी, उहदा भी उधार करता। वली कंधारी वर्गा हंकारिया होया फकीर उसका भला करता। सियालकोट का हमजा गौस फकीर जिहड़ा अपने आप में शाहो सुहागन कहता सी कि हर वीरवार नूं मेरा मालक मेरा पति वाहिगुरु परमेश्वर जो है वो मेरी सेजा दे आउंदा है। बड़ा पखंड सी उसका, पखंड जार कीता, उसका भी भला करता है। मलक भागो वर्गे हंकारे हुए इंसान का जिहड़ा बाहरी तौर पर धर्मी बनया है उसका भी भला कर दिता। ये सुभाव है रब दे भगतां दा, रब दे प्यारिआं दा सुभाव है कि उन्हें भला ही करना है। जे कोई उन्होंने बुरा भी करे वो भी भला कर दे। पर का बुरा ना रखो जी, गुरु ग्रंथ साहिब का सानू उपदेश है, तुमको दुख नहीं पाई मी। हे इंसान अपने मन च कदे किसी का बुरा ना तकिया कर। जे तू बुरा तकेगा तो तेरा बुरा जरूर होएगा। जे तू किसी का बुरा नहीं अपने मन तकेगा तेरा भला ही भला होगा। किसी को दुखी वेख के खुश ना हो,
ਕਿਉਂਕਿ ਦੁੱਖ ਤੇਰੇ ਤੇ ਵੀ ਆ ਸਕਦਾ ਹੈ। ਇਹ ਇਨਸਾਨੀਅਤ ਇਹਨੂੰ ਕਹਿੰਦੇ ਹਨ। ਇਹ ਸਾਰੇ ਹੀ ਉਪਦੇਸ਼ ਸਾਨੂੰ ਗੁਰੂ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਬਖਸ਼ਿਸ਼ ਕੀਤੇ। ਇਹ ਸਾਡੀਆਂ ਅੰਗਰੇਜ਼ੀ ਨੂੰ ਕਹਿੰਦੇ ਮੋਰਲ ਵੈਲਿਊਜ਼, ਇਹ ਇਖਲਾਕੀ ਸਾਡੇ ਗੁਣ ਹਨ। ਸਾਡੇ ਜੀਵਨ 'ਚ ਗੁਣ ਪੈਦਾ ਹੋਣੇ ਚਾਹੀਦੇ ਹਨ, ਤਾਂ ਅਸੀਂ ਗੁਰਸਿੱਖ ਅਖਵਾ ਸਕਦੇ ਹਾਂ। ਜਦ ਕਲਾ ਪਾਠ ਪੜ੍ਹੀ ਜਾਓ, ਕਥਾ ਕਰੀ ਜਾਓ, ਸੁਣੀ ਜਾਓ, ਕੀਰਤਨ ਕਰੀ ਜਾਓ, ਜੇ ਜੀਵਨ ਨਹੀਂ ਬਦਲਿਆ ਤਾਂ ਫਿਰ ਕੁਛ ਨਹੀਂ ਬਣਿਆ। ਭਗਤਾ ਵਾ ਦੇਖੋ ਕਮਾਲ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਹੈ, ਉਹਨੇ ਭਲਾ ਕਰਨਾ ਹੈ। ਕੋਈ ਬੁਰਾ ਬੰਦਾ ਵੀ ਆ ਗਿਆ ਹੈ, ਉਹਦਾ ਭਲਾ ਕਰਨਾ ਹੈ। ਭਗਤ ਦੀ ਇੱਕ ਹੋਰ ਪਛਾਣ ਦੱਸੀ ਮਹਾਰਾਜ ਨੇ। ਭਗਤ ਕਦੇ ਮਨ 'ਚ ਗੁੱਸਾ ਨਹੀਂ ਹਟਾਉਂਦਾ, ਗੁੱਸਾ ਨਹੀਂ ਹਟਾਉਂਦਾ। ਹਟਾਉਣਾ ਪਤਾ ਕੀ ਹੁੰਦਾ ਹੈ? ਗੁੱਸਾ ਮਨ ਨਾ ਹਟਾਏ। ਮਹਾਰਾਜ ਨੇ ਕਿਹਾ ਇਹੀ ਰੋਗ ਨਾ ਲੱਗੇ ਭਲੇ ਸਭ ਹੀ ਪਾਏ, ਬਾਬਾ ਫਰੀਦ ਜੀ ਦਾ ਵਚਨ ਹੈ। ਗੁੱਸਾ ਹਟਾਉਣਾ ਕੀ ਹੈ? ਬਾਹਰੀ ਤੌਰ 'ਤੇ ਕੁਛ ਕਰ ਨਹੀਂ ਸਕਦਾ। ਕੋਈ ਬੰਦਾ ਕੋਈ ਕਰ ਨਹੀਂ ਸਕਦਾ ਬਾਹਰੀ ਤੌਰ 'ਤੇ, ਕਿਸੇ ਨੂੰ ਨੁਕਸਾਨ ਨਹੀਂ ਕਰ ਸਕਦਾ। ਅੰਦਰ ਹੀ ਅੰਦਰ ਖੜੀ ਜਾਂਦਾ ਹੈ, ਕੋਈ ਨਹੀਂ। ਜਦੋਂ ਕਿਤੇ ਮੌਕਾ ਬਣਿਆ ਫਿਰ ਅਸੀਂ ਤੈਸੀ ਫਿਰਾਂਗਾ ਮੇਰੇ ਇਹਨੂੰ ਕਦੇ ਗੁੱਸਾ ਹਟਾਉਣਾ, ਇਹ ਰੋਗ, ਇਹਨੂੰ ਮਹਾਰਾਜ ਨੇ ਰੋਕਿਆ। ਅੰਦਰ ਹੀ ਅੰਦਰ ਨਾ ਇਹਨੂੰ ਮੌਕਾ ਮਿਲੇ ਦੂਜੇ ਦਾ ਬੁਰਾ ਕਰਨ ਦਾ, ਤੇ ਨਾ ਇਹ ਇਹਦੇ ਅੰਦਰੋਂ ਗੁੱਸਾ ਬਾਹਰ ਨਿਕਲੇ। ਇਸ ਕਰਕੇ ਅੰਦਰ ਹੀ ਅੰਦਰ ਸੜੀ ਜਾਂਦਾ ਹੈ ਗੁੱਸੇ ਦੇ ਅੰਦਰ ਹੀ ਅੰਦਰ। ਤੇ ਇਸ ਕਰਕੇ ਗੁੱਸੇ ਨੂੰ ਮਹਾਰਾਜ ਨੇ ਅਗਨੀ ਵੀ ਕਿਹਾ। ਤੇ ਜੋ ਕਹਿਣਾ ਕਹਿ ਦਿਓ, ਅਗਲੇ ਦਿਨ ਨੂੰ ਦਿੰਦੇ ਹੈ ਸਦਾ ਦਾ ਚ ਭਲਾ ਹੋਵੇ। ਪਰ ਅੰਦਰ ਹੀ ਆਪਣੇ ਆਪ ਨੂੰ ਸਾੜੀ ਜਾਣਾ, ਇਹ ਗੁਰਮਤਿ ਦੇ ਪ੍ਰਵਾਨ ਨਹੀਂ ਹੈ। ਇਹ ਭਗਤਾਂ ਦੀ ਨਿਸ਼ਾਨੀ ਦੱਸੀ ਹੈ। ਤਾਂ ਕਿਹਾ ਮਹਾਰਾਜ ਨੇ ਭਗਤਾਂ ਦੀ ਚਾਲ ਨਰਾਲੀ, ਭਗਤਾਂ ਦੀ ਚਾਲ ਤਾਂ ਨਰਾਲੀ ਹੈ। ਤੇਰਾ ਨਾਮ ਨਿਵੇਂ ਰਹੇ ਲਿਵਲਾਏ, ਨਾਨਕ ਤੇ ਅੰਦਰ ਭੀਖਿਆ ਹੋਏ। ਹੁਣ ਉਪਦੇਸ਼ ਬਹੁਤ ਕਮਾਲ ਦਾ ਹੈ। ਹੇ ਮੇਰੇ ਮਾਲਕਾ, ਦਾਨ ਮਹਿੰਗਾ ਤਲੀ ਖਾਕ, ਜੇ ਮਿਲੇ ਤਾਂ ਮਸਤ ਲਾਈ। ਕੂੜਾ ਲਾਣ ਛੱਡ ਗਿਆ ਕੋਈ ਇੱਕ ਮਨ ਲੱਖ ਤੇ ਫਲ ਦੇਵੇ ਹੋ ਪਾਈਏ, ਜਿਵੇਂ ਹੀ ਕਾਟ ਕਮਾਈਏ। ਜੇ ਹੋਵੇ ਪੂਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ। ਹੈ ਤਾਂ ਵੈਸੇ ਪੁਰਖਲੇ ਲਿਖੇ ਅਨੁਸਾਰ ਹੈ, ਜੇ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮਿਲਣੀ। ਆਮ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ, ਆਪਣੇ ਯਤਨਾਂ ਨਾਲ ਨਹੀਂ ਹੁੰਦਾ। ਰੱਬ ਦੇ ਪਿਆਰਿਆਂ ਨਾਲ ਮਿਲਾਪ ਵੀ ਪੁਰਬਲੇ ਚੰਗੇ ਕਰਮ ਦਾ ਫਲ ਹੈ, ਉਹਦਾ ਨਹੀਂ। ਮਹਾਰਾਜ ਕਹਿੰਦੇ ਕਿ ਹੇ ਸੱਚੇ ਪਾਤਸ਼ਾਹ, ਜਿਹੜੇ ਤੇਰੇ ਨਾਲ ਜਿਨ੍ਹਾਂ ਦੀ ਲਿਵ ਲੱਗੀ ਹੋਈ ਹੈ, ਉਹਨਾਂ ਦੇ ਦਰ ਤੋਂ ਮੈਨੂੰ ਉਹਨਾਂ ਦੇ ਸੰਗਤ ਕਰਨ ਦੀ ਭਿੱਖਿਆ ਦੇ। ਨਾਨਕ ਤਿੰਦਰ ਭੀਖਿਆ ਪਾਏ, ਉਹਨਾਂ ਦੀ ਸੰਗਤ ਦਰ ਤੇ ਆਪ ਉਹਨਾਂ ਦੇ ਦਰ ਤੇ ਹਾਜ਼ਰੀ ਭਰਨ ਦੀ ਇਹ ਭਿੱਖਿਆ ਦੇ ਮੈਨੂੰ, ਇਹ ਬਖਸ਼ਿਸ਼ ਕਰ ਦੇ, ਇਹ ਦਾਨ ਮੈਨੂੰ ਬਖਸ਼ਿਸ਼ ਕਰ। ਸੋ ਪਰਮਾਤਮਾ ਦੇ ਨਾਮ ਨਾਲ ਜੁੜੇ ਭਾਵ ਪਰਮਾਤਮਾ ਨਾਲ ਜਿਨ੍ਹਾਂ ਦੀ ਲਿਵ ਜੁੜੀ ਹੋਈ ਹੈ, ਉਹਨਾਂ ਦੀ ਸੰਗਤ ਜਿਹੜੀ ਹੈ, ਇਹ ਬਹੁਤ ਹੀ ਇਸ ਦਾ ਲਾਭ ਹੈ। ਪਤਾ ਕਈ ਚੀਜ਼ਾਂ ਦਾ ਪਤਾ ਬਾਅਦ ਲੱਗਦਾ ਹੈ। ਘਿਓ ਖਾਦਿਆਂ ਬੰਦਾ ਉਸੇ ਦਿਨ ਤਕੜਾ ਨਹੀਂ ਹੋ ਜਾਂਦਾ, ਖਾਈ ਜਾਵੇ ਫਿਰ ਸਰੀਰ ਦਾ ਪਤਾ ਲੱਗਦਾ ਹੈ ਤਕੜਾ ਹੋ ਗਿਆ। ਇਸੇ ਤਰ੍ਹਾਂ ਹੀ ਗੁਰੂ ਦੇ ਬਚਨਾਂ ਨੂੰ ਕਮਾਉਣ ਦੇ ਨਾਲ ਇੱਕ ਦਿਨ ਤੁਸੀਂ ਉੱਤੇ ਅਮਲ ਕਰ ਲਿਆ, ਕਹੋ ਅੱਜ ਹੀ ਮੈਂ ਬੜਾ ਤਕੜਾ ਹੋ ਜਾਣਾ, ਇੱਦਾਂ ਨਹੀਂ ਹੁੰਦਾ। ਇਹ ਸਹੀ ਫਿਰ ਤਕੜਾ ਸਰੀਰ ਜਦੋਂ ਜਿਵੇਂ ਮੰਨੀ ਜਾਓਗੇ ਤਕੜੇ ਹੁੰਦੇ ਜਾਓਗੇ, ਮਨ ਕਰਕੇ ਤਕੜੇ ਹੁੰਦੇ ਜਾਓਗੇ, ਮਨ ਕਰਕੇ ਤਕੜੇ ਹੋ ਕੇ ਕਰਕੇ ਵੀ ਤਕੜੇ ਹੋ ਜਾਓਗੇ। ਸੋ ਸਤਿਗੁਰੂ ਜੀ ਨੇ ਅੱਜ ਜਿਹੜਾ ਆਪਾਂ ਸ਼ਬਦ ਵਿਚਾਰਿਆ ਹੈ, ਇਸ ਦੇ ਵਿੱਚ ਇੱਕਦਮ ਬਿਲਕੁਲ ਸਪਸ਼ਟ ਹੈ ਕਿ ਗੁਰਮਤਿ ਵਿੱਚ ਕੋਈ ਨਸ਼ਾ ਪ੍ਰਵਾਨ ਨਹੀਂ ਹੈ। ਜਿਹੜੇ ਭੰਗ ਵੀ ਪੀਂਦੇ ਹਨ ਉਹਨਾਂ ਨੂੰ ਵੀ ਇਹ ਉਪਦੇਸ਼ ਪੜ੍ਹਨਾ ਚਾਹੀਦਾ ਹੈ। ਜਿਹੜੇ ਕਹਿੰਦੇ ਕਿ ਸ਼ਹੀਦੀ ਦੇਗ ਹੈ, ਉਹਨਾਂ ਨੂੰ ਇਹ ਪੜ੍ਹਨਾ ਚਾਹੀਦਾ ਉਪਦੇਸ਼ ਕਿ ਮਹਾਰਾਜ ਨੇ 721 ਅੰਗ ਦੇ ਉੱਤੇ ਹੈ ਤਲੰਕਾਰ ਦੇ ਉੱਤੇ ਹੈ ਕਿ ਮਹਾਰਾਜ ਦਾ ਹੋਰ ਕਿਸੇ ਭੰਗ ਦੀ ਗੱਲ ਕਰ ਰਹੇ, ਇਹਨੂੰ ਤੁਸੀਂ ਕਿਵੇਂ ਇਹ ਬਣਾ ਲਓਗੇ? ਸੋ ਇਸ ਦਾ ਕਿਸੇ ਦੇ ਕੋਲ ਕੋਈ ਜਵਾਬ ਨਹੀਂ ਹੈ। ਇਸ ਤੋਂ ਬਿਨਾਂ ਹੋਰ ਜਿੰਨਾ ਹਰ ਤਰ੍ਹਾਂ ਦਾ ਨਸ਼ੇ ਤੋਂ ਮਹਾਰਾਜ ਨੇ ਵਰਜਿਤ ਕੀਤਾ ਹੈ। ਸ਼ਰਾਬ
ਪੀਣ ਤੋਂ ਤਾਂ ਪੂਰੀ ਤਰ੍ਹਾਂ ਵਰਜਿਤ ਕੀਤਾ ਹੈ। ਜਿਤ ਪੀਤਾ ਹੈ ਮਤ ਦੂਰ ਹੋਵੇ, ਬਦਲ ਪਵੇ ਵਿੱਚ ਹੈ। ਜਿਸ ਦੇ ਪੀਣ ਦੇ ਨਾਲ ਪਾਗਲਪਣਾ ਆ ਜਾਂਦਾ ਹੈ ਅੰਦਰ, ਐਸਾ ਮਦ ਭੁੱਲੇ ਨਾ ਪੀਤੇ ਜੇ ਕਾ ਪਾਰਸ ਹੈ। ਇਹੋ ਜਿਹੀ ਸ਼ਰਾਬ ਕਦੇ ਭੁੱਲ ਕੇ ਵੀ ਨਹੀਂ ਪੀਤੀ। ਅਜਿਹੀਆਂ ਹਦਾਇਤਾਂ ਮਹਾਰਾਜ ਨੇ ਗੁਰਬਾਣੀ ਨੇ ਬਖਸ਼ਿਸ਼ ਕੀਤੀਆਂ। ਦੂਸਰਾ, ਵਿਤਕਰਾ ਨਹੀਂ ਸਾਡੇ ਅੰਦਰ ਹੋਣਾ ਚਾਹੀਦਾ, ਨਾ ਘਰ ਵਿੱਚ ਤੇ ਨਾ ਬਾਹਰ। ਮਹਾਰਾਜ ਦਾ ਹੁਕਮ ਹੈ, ਸਭ ਮੈਂ ਜੋਤ ਜੋਤ ਹੈ ਤਿਸਰਾ ਚੰਨ ਸਭ ਮੈਂ। ਜਦੋਂ ਜੋਤ ਹੀ ਸਾਰਿਆਂ ਚ ਉਹੀ ਹੈ, ਵਿਤਕਰਾ ਕਿਉਂ? ਇਹ ਜੇ ਹੈ ਤਾਂ ਇਹ ਸਾਡੀ ਘਾਟ ਹੈ, ਵਿਤਕਰਾ। ਗੁਰਸਿੱਖ ਜੋ ਅੰਦਰੋਂ ਹੈ ਉਹ ਜਿਹਾ ਹੀ ਬਾਹਰੋਂ ਹੋਣਾ ਚਾਹੀਦਾ ਹੈ। ਜੋ ਬਾਹਰੋਂ ਹੈ ਉਹੀ ਰੋਜ਼ ਪੜ੍ਹਦੇ ਨੇ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ। ਇਹ ਨਹੀਂ ਹੈ ਕਿ ਬਾਹਰੋਂ ਤਾਂ ਬੜਾ ਗੁਰਮੁਖ ਲੱਗਦਾ ਹੋਵੇ, ਅੰਦਰ ਕੁਛ ਹੋਰ ਹੋਵੇ। ਇਹ ਨਹੀਂ, ਇਹ ਗੁਰੂ ਦੇ ਦਰ ਦੇ ਤੇ ਪ੍ਰਵਾਨ ਨਹੀਂ ਆਏਗਾ। ਸਤਿਗੁਰੂ ਜੀ ਕਿਰਪਾ ਕਰਨ। ਸੋ ਅਗਲੀ ਗੱਲ ਜਿਹੜੀ ਮਹਾਰਾਜ ਨੇ ਸਮਝਾਈ ਹੈ ਸਾਨੂੰ ਕਿ ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਮੰਗਿਆ ਕਰੋ। ਸਾਧ ਜਨਾਂ ਕੀ ਮੰਗੋ ਧੂੜ, ਪਾਰ ਬ੍ਰਹਮ ਮੇਰੀ ਸ਼ਰਧਾ। ਮੇਰੇ ਪਾਤਸ਼ਾਹ ਆਹ ਮੇਰੀ ਸ਼ਰਧਾ ਹੈ, ਇਹ ਵੀ ਪੂਰੀ ਕਰਦੇ ਰਿਹਾ ਕਰੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਮ ਕਰ